ਪੰਜਾਬੀਆਂ ਨੇ ਬੰਬੇ ਆ ਕੇ ਬਾਲੀਵੁੱਡ 'ਚ ਬੜਾ ਨਾਂ ਕਮਾਇਆ ਹੈ। ਬਹੁਤ ਸਾਰੇ ਨਾਂ ਚਰਚਿਤ ਤੁਸੀਂ ਸੁਣੇ ਹੋਣਗੇ। ਅੱਜ ਉਸ ਪੰਜਾਬੀ ਨਾਲ ਮੁਲਾਕਾਤ ਕਰਾਉਣਾ ਜਿਹਨੂੰ ਪਹਿਲਾਂ ਤਾਂ ਏਸ਼ੀਆ 'ਚ ਪੰਜੇ 'ਚ ਕੋਈ ਨਹੀਂ ਹਰਾ ਸਕਿਆ ਤੇ ਫਿਰ ਇੱਥੇ ਬੰਬੇ 'ਚ ਕੋਈ ਨਹੀਂ ਹਰਾ ਸਕਿਆ। ਸਾਡੇ ਨਾਲ ਭੁਪਿੰਦਰ ਸਿੰਘ ਨੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੇ ਸਾਲ ਹੋ ਗਏ ਇੱਥੇ ਬੰਬੇ ਆਇਆ? ਭਾਜੀ ਇੱਥੇ ਆਏ ਨੂੰ ਮੈਨੂੰ 21 ਸਾਲ ਹੋ ਗਏ ਆ। ਅੱਜ ਵੀ ਪੰਜਾਬ ਨਾਲ ਟੱਚ 'ਚ ਹੈਗੇ ਹੋ? ਹਾਂਜੀ, ਜਦ ਮੌਕਾ ਲੱਗਦਾ ਤੇ ਗੇੜਾ ਮਾਰ ਕੇ ਆਉਂਦੇ ਆ ਪੰਜਾਬ ਦਰਬਾਰ ਸਾਹਿਬ, ਮੱਥਾ ਟੇਕ ਕੇ ਆਉਂਦੇ ਆ ਤੇ ਆਪਣੇ ਜਿੰਨੇ ਪਿੰਡ ਦੇ ਦੋਸਤ ਯਾਰ ਬੇਲੀ ਹੈਗੀ ਉਹਨਾਂ ਨੂੰ ਮਿਲ ਕੇ ਆਉਂਦੇ ਆ। ਪੰਜਾਬੀ ਭੁੱਲ ਤਾਂ ਨਹੀਂ ਗਏ ਇੱਥੇ ਆ ਕੇ? ਨਾ ਜੀ ਨਾ, ਪੰਜਾਬੀ ਕਿਦਾਂ ਭੁੱਲ ਸਕਦੇ ਆ, ਇਹ ਤੇ ਸਾਡੀ ਰਗਾਂ 'ਚ ਹੈਗੀ ਹੈ। ਭਾਜੀ ਉਸ ਦੌਰ ਦੀਆਂ ਗੱਲਾਂ ਯਾਦ ਕਰਾਓ ਜਦੋਂ ਆਮ ਰੈਸਲਿੰਗ ਕਰਦੇ ਸੀ, ਪੰਜਾ ਲਾਉਂਦੇ ਸੀ। ਕਿਵੇਂ ਸ਼ੁਰੂਆਤ ਕੀਤੀ? ਫਿਰ ਮੇਰੇ ਖਿਆਲ ਏਸ਼ੀਆ ਤੱਕ ਤੁਸੀਂ, ਤੁਹਾਡੇ ਨੇੜੇ ਕੋਈ ਲੱਗਣ ਨਹੀਂ ਦਿੱਤਾ। ਹਾਂਜੀ, ਮੈਂ ਪਹਿਲਾਂ ਤਾਂ ਪੰਜਾਬ 'ਚ ਸੀਗੇ, ਫਿਰ ਬਾਅਦ 'ਚ ਆਪਾਂ ਇੱਥੇ ਦਿੱਲੀ ਮਾਈਗ੍ਰੇਟ ਕਰ ਗਏ। ਫਾਦਰ ਸਾਹਿਬ ਇੱਥੇ ਲਿਆਏ ਸਾਡੀ ਫੈਮਿਲੀ ਨੂੰ, ਤਾਂ ਫਿਰ ਸਾਡੀ ਸਕੂਲਿੰਗ ਇੱਥੇ ਹੀ ਹੋਈ ਹੈ। ਤੇ ਉਹਨਾਂ ਦਿਨਾਂ ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ 'ਚ ਪੜ੍ਹਦਾ ਸੀਗਾ। ਤੇ ਆਪਾਂ ਜਦ ਐਥਲੈਟਿਕਸ ਵਾਸਤੇ ਪ੍ਰਿਪਰੇਸ਼ਨ ਕਰਨ ਵਾਸਤੇ ਆਪਾਂ ਜਾਂਦੇ ਸੀ ਅਜਮਲ ਖਾਂ ਪਾਰਕ। ਉੱਥੇ ਕੁਝ ਬੰਦੇ ਸੀਗੇ, ਉਹ ਆਏ ਸਾਡੀ ਮੈਡਮ ਦੇ ਕੋਲ ਤੇ ਉਹਨਾਂ ਨੇ ਕਿਹਾ ਜੀ ਇਹਦਾ ਆਰਮ ਰੈਸਲਿੰਗ ਦਾ ਟੂਰਨਾਮੈਂਟ ਹੈਗਾ ਤੇ ਤੁਸੀਂ ਵੀ ਆਪਣੇ ਸਕੂਲ ਦੀ ਟੀਮ ਲੈ ਕੇ ਆਓ। ਤੇ ਸਾਡੀ ਮੈਡਮ ਨੇ ਭੋਪਰਾਏ, ਮੈਡਮ ਕੁਲਵੰਤ ਕੌਰ ਭੋਪਰਾਏ, ਉਹਨਾਂ ਨੇ ਕਿਹਾ ਠੀਕ ਹੈ ਜੀ ਮੈਂ ਲੈ ਕੇ ਆਉਂਗੀ। ਤੇ ਉਹਨਾਂ 'ਚ ਸਭ ਤੋਂ ਪਹਿਲੇ ਤਾਂ ਉਹਨਾਂ ਮੇਰਾ ਹੀ ਨਾਂ ਲਿਖਿਆ ਕਿ ਇਹ ਭੁਪਿੰਦਰ ਹੈਗਾ, ਇਹਨੂੰ ਵੀ ਲੈਣੇ ਨਾਲ। ਮੈਨੂੰ ਲਿੱਤਾ, ਕੁਝ ਮੁੰਡੇ ਕੁੜੀਆਂ ਨੂੰ ਉਹ ਲਿੱਤਾ, ਪਰ ਜਿੰਨੇ ਵੀ ਬੰਦੇ ਸੀਗੇ ਸਾਰੇ ਡਿਸਪੁਆਇੰਟ ਕਰ ਗਏ। ਬਸ ਇੱਕ ਮੈਂ ਹੀ ਸੀਗਾ ਜਿਹਨੇ ਉਹ ਦਿੱਲੀ ਸਟੇਟ 'ਚ ਪਹਿਲਾ ਸਿਲਵਰ ਮੈਡਲ ਜਿੱਤਿਆ। ਅੱਛਾ, ਫਿਰ ਉੱਥੋਂ ਦੀ ਮੇਰੀ ਸ਼ੁਰੂਆਤ ਹੋਈ। ਤੇ ਉਦੋਂ ਤੱਕ ਸੀਰੀਅਸਲੀ ਤੁਸੀਂ ਲਿਆ ਨਹੀਂ ਸੀ ਇਹਨੂੰ? ਨਾ, ਤੇ ਬਸ ਆਪਾਂ ਜਿਹਦਾ ਹੁੰਦੇ ਨਾ ਐ ਫੜ ਕੇ ਪੰਜਾ ਲੜਾ ਲਿਆ, ਉਦਾਂ ਹੀ ਲੜਦੇ ਸੀ। ਕੋਈ ਟੈਕਨੀਕ ਨਹੀਂ ਸੀ, ਕੋਈ ਜ਼ੋਰ ਸੀਗਾ? ਬਸ ਜ਼ੋਰ ਸੀਗਾ। ਉਹ ਜਿਹੜਾ ਮਾਂ ਪਿਓ ਨੇ ਖਵਾਇਆ ਸੀ ਉਹੀ ਉਹ ਜ਼ੋਰ ਆਪਾਂ ਲਾ ਕੇ ਲੈ ਕੇ ਬਹਿ ਗਏ। ਉਹਨਾਂ ਨਾਲ ਖੇਡਦੇ ਪਏ ਆ। ਤੇ ਉਸ ਟਾਈਮ ਤੇ ਸਾਨੂੰ ਸੀਗਾ ਨਹੀਂ, ਸਾਡੇ ਕੋਈ ਟ੍ਰੇਨਰ ਨਹੀਂ ਸੀਗੇ, ਕੋਚ ਕਾਚ ਕੁਝ ਨਹੀਂ ਸੀਗੇ। ਬਾਅਦ 'ਚ ਸ਼੍ਰੀ ਤਿਲਕ ਰਾਜ ਭੋਲਾ ਜੀ ਹੈਗੇ, ਉਹਨਾਂ ਦੇ ਚਰਨੀ ਲੱਗਿਆ ਮੈਂ, ਤੇ ਉਹਨਾਂ ਨੇ ਮੈਨੂੰ ਆਰਮ ਰੈਸਲਿੰਗ ਦੇ ਅੰਦਰ ਟ੍ਰੇਨਡ ਕੀਤਾ। ਫਿਰ ਮੈਂ ਦਿੱਲੀ ਸਟੇਟ ਚੈਂਪੀਅਨ ਬਣਿਆ, ਦਿੱਲੀ ਸਟੇਟ ਓਪਨ ਚੈਂਪੀਅਨ। ਉਸ ਤੋਂ ਬਾਅਦ ਨੈਸ਼ਨਲ ਲੈਵਲ ਤੇ ਗਿਆ ਤੇ ਉੱਥੇ ਦੇਖਿਆ ਕਿ ਆਪਾਂ ਦਿੱਲੀ ਜਿਵੇਂ ਖੇਡਦੇ ਐਵੇਂ ਕਰਕੇ, ਤੇ ਉੱਥੇ ਐਂ ਨਹੀਂ ਕਰਕੇ ਖੇਡਦੇ। ਉਧਰ ਮਤਲਬ ਵਨ ਆਰਮ ਡਿਸਟੈਂਸ ਚਾਹੀਦਾ ਹੈ, ਤੁਹਾਡੀ ਰਿਸਟ ਇੱਕਦਮ ਸਟ੍ਰੇਟ ਚਾਹੀਦੀ ਹੈ, ਨੱਕਲ ਤੁਹਾਨੂੰ ਸ਼ੋਅ ਕਰਨਾ ਹੈ, ਮਤਲਬ ਨੱਕਲ ਤੁਹਾਨੂੰ ਸ਼ੋਅ ਕਰਨਾ, ਇਹ ਪੋਜੀਸ਼ਨ ਤੇ ਖੇਡਣਾ। ਫਿਰ ਟੈਕਨੀਕਸ ਨੂੰ ਹੋਰ ਇੰਪਰੂਵ ਕੀਤਾ ਤੇ ਨੈਸ਼ਨਲ 'ਚ 골ਡ ਜਿੱਤਿਆ। ਅੱਛਾ, ਕਿਹੜੇ ਈਅਰ ਦੀ ਗੱਲ ਹੈ ਇਹ? ਮਤਲਬ ਸੀਨੀਅਰ ਨੈਸ਼ਨਲ ਜਿਹੜਾ 골ਡ ਜਿੱਤਿਆ ਸੀ ਮੈਂ, ਉਹ ਸੀ 1999 'ਚ। ਹਾਂਜੀ, ਉਸ ਤੋਂ ਪਹਿਲੇ ਤਾਂ ਮਤਲਬ ਜੂਨੀਅਰ ਨੈਸ਼ਨਲ ਚੈਂਪੀਅਨ ਤੇ ਚੱਲਦਾ ਹੀ ਪਿਆ ਸੀਗਾ। ਮਗਰ ਜੋ ਫਸਟ ਨੈਸ਼ਨਲ ਖੇਡੀ ਸੀਗੀ ਉਹ ਮੈਂ ਉੱਥੇ ਖੇਡੀ ਸੀ ਪੰਜਾਬ 'ਚ। ਉਹ ਸੀਗੀ ਉੱਥੇ ਤੁਹਾਡੇ ਲੁਧਿਆਣੇ 'ਚ, ਉੱਥੇ ਜਲੰਧਰ 'ਚ ਸੀਗੀ। ਉਹ ਫਸਟ ਨੈਸ਼ਨਲ ਸੀਗੀ, ਉੱਥੇ ਪੋਜੀਸ਼ਨ ਨਹੀਂ ਆਈ ਬਟ ਆਪਣੀ ਪਰਫਾਰਮੈਂਸ ਦੇਖੀ। ਸੈਕਿੰਡ ਨੈਸ਼ਨਲ ਵਾਜ਼ ਇਨ ਅਸਮ, ਸੀਨੀਅਰ ਨੈਸ਼ਨਲ, ਤਾਂ ਉਹਦੇ ਅੰਦਰ ਮੈਂ 4th ਆਇਆ ਸੀ। ਉੱਥੇ ਥੋੜੀ ਚੀਟਿੰਗ ਹੋ ਗਈ, ਮਤਲਬ ਉਹ ਪਲੇਅਰ ਵੀ ਅਸਮ ਦਾ ਸੀਗਾ, ਰੈਫਰੀ ਵੀ ਅਸਮ ਦਾ, ਔਰ ਜਿਹੜੀ ਟੀਮ ਉਦੋਂ ਵੀ ਹੁੰਦੀਆਂ ਸੀ ਇਹ ਚੀਜ਼ਾਂ? ਉਹ ਬਹੁਤ ਜੀ ਬਹੁਤ। ਉਸ ਵੇਲੇ ਮਤਲਬ ਪਾਰਸ਼ੈਲਿਟੀ ਤੇ ਬਹੁਤ ਹੁੰਦੀ ਸੀ। ਹਾਂ ਜੀ, ਰੈਫਰੀ ਵੀ ਅਸਮ ਦਾ ਹੈ ਤੇ ਪਲੇਅਰ ਵੀ ਅਸਮ ਦਾ, ਤੇ ਨਾਲ ਜਿਹੜੀ ਸਟੇਟ ਹੈ ਜੋ ਉਹਨੂੰ ਆਰਗੇਨਾਈਜ਼ ਕਰ ਰਹੀ ਉਹ ਵੀ ਅਸਮ। ਤੇ ਉਹਨਾਂ ਨੇ ਜਿਤਾ ਦਿੱਤਾ। ਤੇ ਮੈਂ ਕਿਹਾ ਅਗਲੀ ਵਾਰ ਜਦ ਮੈਂ ਆਊਂਗਾ ਤਾਂ ਮੈਂ ਐਵੇਂ ਆਵਾਂਗਾ ਕਿ ਇੱਥੋਂ ਚੱਕ ਕੇ ਤੁਹਾਨੂੰ ਮਾਰਾਂ। ਮਿਹਨਤ ਕੀਤੀ, ਗੁਰੂ ਮਹਾਰਾਜ ਨੇ ਉਹਦਾ ਫਲ ਦਿੱਤਾ। ਫਿਰ ਵਿਚਕਾਰ ਮੈਂ ਕਾਫੀ ਟਾਈਮ ਨੈਸ਼ਨਲ ਗਿਆ ਨਹੀਂ ਕਿਉਂਕਿ ਮੇਰਾ ਸ਼ੋਲਡਰ ਇੰਜਰ ਹੋ ਗਿਆ ਸੀਗਾ। ਕਰਾਟੇ ਕਰਤੇ ਵਕਤ ਮੇਰੀ ਕਾਲਰ ਬੋਨ ਟੁੱਟ ਗਈ ਸੀ ਤੇ ਮੈਂ ਥੋੜਾ ਗੈਪ ਦਿੱਤਾ। ਉਸ ਤੋਂ ਬਾਅਦ 99 'ਚ ਦੁਬਾਰਾ ਕਮਬੈਕ ਕੀਤਾ। ਤੇ ਜਦ ਕਮਬੈਕ ਕੀਤਾ ਤੇ ਫਿਰ ਉਸ ਵੇਲੇ ਦਿੱਲੀ ਦੀ ਟੀਮ ਦਾ ਕੈਪਟਨ ਬਣ ਕੇ ਗਿਆ। ਤੇ ਉਸ ਵੇਲੇ ਜਿੰਨੇ ਵੀ ਬੰਦੇ ਸੀਗੇ, ਉਹ ਕੁਦਰਤੀ ਗੱਲ, ਸਾਡੇ ਕੋਚ ਸੀਗੇ ਉਮੇਸ਼ ਕੁਮਾਰ ਜੀ, ਉਹਨਾਂ ਨੇ ਟੀਮ ਦਾ ਕੈਪਟਨ ਮੈਨੂੰ ਬਣਾ ਦਿੱਤਾ। ਜਦ ਉਹਨਾਂ ਤੋਂ ਪੁੱਛਿਆ ਗਿਆ ਵੀ ਤੁਹਾਡੇ ਟੀਮ 'ਚ ਕਿਹੜੇ ਕਿਹੜੇ ਪਲੇਅਰ ਹੈਗੇ ਜਿਨ੍ਹਾਂ ਤੋਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹ ਮੈਡਲ ਜਿੱਤ ਕੇ ਆਉਣਗੇ, ਤਾਂ ਉਹਨੇ 4-5 ਬੰਦਿਆਂ ਦੇ ਨਾਂ ਗਿਣੇ। ਔਰ ਦੁੱਖ ਮੈਨੂੰ ਇਸ ਕਰਕੇ ਹੋਇਆ ਕਿ ਮੇਰਾ ਨਾਂ ਨਹੀਂ ਗਿਣਿਆ। ਮੈਂ ਝੂਠੇ ਸਹੀ ਕਹਿ ਤਾਂ ਦਿੰਦੇ। ਅੱਛਾ, ਤੇ ਉਹ ਗੱਲ ਮੈਨੂੰ ਖੁੱਭ ਗਈ।
ਤੇ ਮੈਂ ਸਪੈਸ਼ਲੀ ਉਹ ਨੈਸ਼ਨਲ ਦੀ ਤਿਆਰੀ ਕਰਨ ਵਾਸਤੇ ਦਿੱਲੀ ਛੱਡ ਕੇ ਮੈਂ ਹਰਿਆਣਾ ਗਿਆ। ਉੱਥੇ ਜਾ ਕੇ ਮੈਂ ਮਹੀਨਾ ਲਾ ਕੇ ਆਇਆ ਆਪਣੀ ਮਾਸੀ ਦੇ ਘਰੇ ਜਮਨਾ ਨਗਰ। ਉੱਥੇ ਮੈਂ ਪੂਰੀ ਤਿਆਰੀ ਕੀਤੀ। ਉਸ ਤੋਂ ਬਾਅਦ ਮੈਂ ਆਇਆ ਤੇ ਜਿਸ ਵੇਲੇ ਨੈਸ਼ਨਲ ਹੋਈ ਹੈ ਤੇ ਜਿਹੜੇ ਜਿਹੜੇ ਪਲੇਅਰਾਂ ਦੇ ਉਹਨੇ ਨਾਂ ਲਿੱਤੇ ਸੀ ਇਹ ਬੰਦੇ ਮੈਡਲ ਜਿੱਤ ਕੇ ਆਉਣਗੇ, ਉਹ ਫਸਟ ਰਾਉਂਡ, ਸੈਕੰਡ ਰਾਉਂਡ, ਥਰਡ ਰਾਉਂਡ ਦੇ ਅੰਦਰ ਬਾਹਰ ਹੁੰਦੇ ਚਲੇ ਗਏ। ਬਾਅਦ ਚ ਬਚ ਗਏ ਸਿਰਫ 2 ਬੰਦੇ, ਇੱਕ ਮੈਂ ਸੀਗਾ ਤੇ ਇੱਕ ਰਜਿੰਦਰ ਚਪਰਾਨਾ। ਤੇ ਉਹਨੂੰ ਮੈਂ ਸਮਝਾਇਆ ਕਿ ਭਰਾ ਦੇਖ, ਜੇਕਰ ਤੇ ਦਿਮਾਗ ਨਾਲ ਖੇਡਾਂਗੇ ਨੇ ਤੇ ਸਾਇੰਸ ਦੋਵੇਂ ਦੇ ਮੈਡਲ ਆ ਜਾਣਗੇ। ਤੇ ਐਵੇਂ ਕਰਾਂਗੇ, ਦੇਖ ਜੇਕਰ ਮੈਂ ਜਿੱਤਦਾ ਹੋਇਆ ਚੱਲਦਾ ਆ ਰਿਹਾ, ਤੂੰ ਹਾਰਿਆ ਹੋਇਆ ਇੱਕ ਬਾਊਟ, ਤੇ ਮੈਂ ਤੈਨੂੰ ਵਾਕ ਓਵਰ ਦੇ ਦਾਂਗਾ ਤਾਂ ਕਿ ਤੂੰ ਵਿਨਰਸ ਬ੍ਰੈਕਟ ਚ ਆ ਜਾ ਤੇ ਸਾਡੇ 2 ਮੈਡਲ ਆ ਜਾਣ। ਔਰ ਅਗਰ ਮੈਂ ਲੂਜ਼ ਚੱਲ ਰਿਹਾ ਤੇ ਤੂੰ ਮੈਨੂੰ ਵਾਕ ਓਵਰ ਦੇ ਦੀ। ਉਹ ਮੰਨ ਗਿਆ, ਬਟ ਪਿੱਛੋਂ ਦੀ ਇੱਕ ਬੰਦਾ ਆਇਆ, ਉਹਨੇ ਉਹਨੂੰ ਪਿੰਨ ਮਾਰੀ। ਉਹ ਤੇਰੇ ਤੋਂ ਡਰ ਗਿਆ ਓਏ, ਜਾਣ ਮੁੱਛ ਕੇ ਕਹਿ ਰਿਹਾ ਇਹਨੂੰ ਪਤਾ ਤੇਰੇ ਤੋਂ ਹਾਰ ਜਾਏਗਾ, ਇਹਨੂੰ ਵਾਕ ਓਵਰ ਨਾ ਦੇ। ਕਹਿੰਦੇ ਨਹੀਂ ਨਾਰਮਲ ਗੇਮ ਖੇਡਾਂਗੇ। ਉਹ ਮੈਂ ਦੇਖ ਲਿਆ ਉਹ ਬੰਦਾ ਕਹਿ ਰਿਹਾ ਕੁਛ ਨਾ ਕੁਛ ਤਾਂ ਕਹਿ ਰਿਹਾ। ਮੈਂ ਚਲ ਕੋਈ ਨਹੀਂ, ਕਹਿੰਦਾ ਦੇਖਦੇ ਹਾਂ ਕੀ ਹੁੰਦਾ, ਹੋ ਸਕਦਾ ਸਮਝਾ ਰਹੇ ਹੋਏ। ਉਹਨੇ आगे कहते नहीं भाई अपन नॉर्मल गेम खेलेंगे तो देखते हैं कौन जीतता है। मैं ठीक है एज यू विश। तो हुण मैं इत्थों जितदा चला गया, ਉਹ ਇੱਕ ਬਾਊਟ ਹਾਰ ਗਿਆ। ਹਾਊਟਬਰਗ ਹਾਰਨ ਤੋਂ ਬਾਅਦ ਉਹ ਬਾਊਟ ਉਹ ਲੂਜ਼ਰ ਬ੍ਰੈਕਟ ਚ ਆ ਗਿਆ। ਤੇ ਫਿਰ ਉਸ ਲਈ ਹੁਣ ਮੇਰੀ ਬਾਊਟ ਪਈ ਉਹਦੇ ਨਾਲ। ਹੁਣ ਮੇਰੇ ਨਾਲ ਬਾਊਟ ਪਈ ਤੇ ਉਹਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਬਈ ਕਲੀਅਰ ਗੇਮ ਖੇਡਾਂਗੇ। ਮੈਂ ਕਿਹਾ ਹੁਣ ਕੋਈ ਪ੍ਰੋਬਲਮ ਨਹੀਂ। ਮੈਂ ਕਿਹਾ ਜੀ ਇਹਦਾ ਗੁੱਟ ਸਿੱਧਾ ਕਰਾ ਕੇ ਦੇ ਦਿਓ, ਗੁੱਟ ਤੇ ਨਕਲ ਸ਼ੋ ਕਰ ਦਿਓ। ਉਹਨੇ ਜਿਵੇਂ ਗੁੱਟ ਸ਼ੋ ਕਰਾ ਦਾ ਸਿੱਧਾ ਰੈਡੀ ਚੱਲ ਜਾ। ਅੱਛਾ, ਇਹ ਵਿਦਿਨ ਸੈਕਿੰਡਸ ਹੀ ਹੁੰਦਾ? ਵਿਦਿਨ ਸੈਕਿੰਡਸ ਹੁੰਦਾ। ਕਈ ਵਾਰ ਸਮਟਾਈਮਸ ਵਾਟ ਹੈਪਨਸ ਇਜ਼ ਜਦ ਤੁਸੀਂ ਹੁੱਕ ਚ ਜਾਂਦੇ ਹੋ ਜਾਂ ਇਹ ਪੋਜੀਸ਼ਨ ਆ, ਪਹਿਲੇ ਤੇ ਇਹ ਵਾਲੀ ਫਾਉਲ ਗ੍ਰਿਪ ਜਿਹੜੀ ਸੀ ਇਹ ਅਲਾਉਡ ਹੈ? ਇਹ ਅਲਾਉਡ ਨਹੀਂ ਸੀ ਪਹਿਲੇ। ਹਾਂ, ਬਟ ਜਦ ਮੈਂ ਗੇਮ ਛੱਡਤੀ, ਹੁਣ ਕਾਫੀ ਚਿਰ ਬਾਅਦ ਮੈਂ ਦੁਬਾਰਾ ਖੇਡਿਆ ਸੀਗਾ, ਫਿਰ ਦਿੱਲੀ ਸਟੇਟ ਚੈਂਪੀਅਨ ਬਣਿਆ। ਤੇ ਇਹ ਇੱਕ ਟੈਕਨੀਕ ਬਣ ਚੁੱਕੀ ਹੈ। ਇਹ ਮੈਨੂੰ ਕਰਕੇ ਦਿਖਾਓ ਤੁਸੀਂ। ਦੇਖੋ ਭਾਜੀ, ਇਹ ਫੜਿਆ ਹੈ ਤੇ ਇਧਰੋਂ ਜਿਹੜਾ ਇਹ ਜਾਂਦੀ ਹੈ। ਹਾਂ, ਤੁਸੀਂ ਤੋੜਨਾ ਨਹੀਂ ਅਜੇ ਮੇਰਾ। ਨਹੀਂ, ਆਹ ਦੇਖੋ ਮੈਂ ਆਰਾਮ ਨਾਲ ਕਰਦਾ। ਇਹ ਜਿੰਨਾ ਫੜਿਆ ਇਹ ਨਕਲ ਸ਼ੋ ਹੋ ਗਈ ਉੱਪਰ ਨੂੰ। ਹਾਂ, ਮੇਰੀ ਵੀ ਹੈ ਤੇ ਤੁਹਾਡੀ ਵੀ ਸ਼ੋ ਹੋ ਰਹੀ ਹੈ। ਤੁਹਾਡਾ ਤੇ ਅੰਗੂਠਾ ਖੁੱਲਿਆ, ਮੈਂ ਇਧਰੋਂ। ਅੱਛਾ, ਅੰਗੂਠਾ ਖੁੱਲਣਾ ਨਹੀਂ ਚਾਹੀਦਾ? ਨਹੀਂ ਖੁੱਲਣਾ ਚਾਹੀਦਾ, ਕੋਈ ਉਹ ਨਹੀਂ ਹੈ। ਹਾਂ, ਇਹਨੂੰ ਜਿਹਦਾ ਹੈਗਾ ਨਾ, ਹੁਣ ਇਹ ਟੈਕਨੀਕ, ਇਹ ਹੁਣ ਟੈਕਨੀਕ ਆ ਗਈ। ਹਾਂ, ਠੀਕ ਹੈ। ਤੇ ਹੁਣ ਇਧਰੋਂ ਹੋਏ ਤੇ ਇਹ ਚੀਜ਼ ਹੋ ਗਈ, ਇੱਕ ਇਹ ਟੈਕਨੀਕ ਹੋ ਗਈ। ਇੱਕ ਆਂਦੇ ਉੱਤੋਂ ਦੀ ਖੇਡਦੇ, ਇੱਕ ਇਹ ਖੇਡਦੇ। ਇਹ ਜ਼ਿਆਦਾਤਰ ਜੋ ਆਂਧਰ ਪ੍ਰਦੇਸ਼ ਦੇ ਪਲੇਅਰ ਸੀਗੇ ਉਹ ਚਾਪ ਖੇਡਦੇ ਸੀ, ਇਹਨੂੰ ਚਾਪ ਕਹਿੰਦੇ। ਓਕੇ, ਹੁੱਕ ਐ ਚਾਪ ਕਰਦੇ। ਤੇ ਇਹਦਾ ਡਿਫੈਂਸ ਦੀ ਵੀ ਟੈਕਨੀਕ ਹੁੰਦੀ ਹੈ ਕਿ ਰੋਕਣਾ ਕਿਵੇਂ ਹੈ? ਬਹੁਤ ਹੈਗਾ। ਹੁਣ ਮੈਂ ਜਿਹੜਾ ਸੀਗਾ, ਕਈ ਵਾਰ ਜੇ ਖੇਡਦਾ ਤੇ ਮੈਂ ਹੁੱਕ ਮਾਰ ਦਿੰਦਾ ਜੀ ਕਈ ਵਾਰ ਪਲੇਅਰਾਂ ਨੂੰ। ਉਹ ਬੰਦੇ ਜਿਹੜਾ ਮੇਰਾ ਹੁੱਕ ਹੀ ਨਹੀਂ ਤੋੜ ਪਾਉਂਦੇ ਸੀ, ਉਹਨੂੰ ਸਿੱਧਾ ਹੀ ਨਹੀਂ ਕਰ ਪਾਉਂਦੇ। ਅੱਛਾ, ਉਹ ਐ ਸਿੱਧਾ ਹੀ ਨਹੀਂ ਹੁੰਦਾ। ਹੁਣ ਜਿਵੇਂ ਐ ਮੈਂ ਮਾਰਤਾ, ਹੁਣ ਤੁਸੀਂ ਇਹ ਕੋਸ਼ਿਸ਼ ਕਰੋ, ਮੈਂ ਹਲੇ ਜਾਨ ਤੇ ਲਾ ਨਹੀਂ ਰਿਹਾ, ਆਰਾਮ ਨਾਲ ਗੱਲ ਕਰਦਾ, ਤੁਸੀਂ ਜ਼ੋਰ ਲਾਉਂਦੇ ਰਹੋਗੇ ਉਹ ਲੱਗੇਗਾ ਹੀ ਨਹੀਂ। ਤੇ ਹੁਣ ਮੈਂ ਫਿਰ ਆਪਣੀ ਟੈਕਨੀਕ ਇੱਕ ਬਣਾਈ ਸੀਗੀ ਕਿ ਮੈਂ ਖੇਡਦਾ ਸੀ ਕਿ ਮੈਂ ਇਧਰੋਂ ਕਰਦਾ ਸੀਗਾ ਤੇ ਇਹ ਚੀਜ਼ ਇਹ ਮਾਰਦਾ ਸੀਗਾ ਸੱਕ, ਉਹ ਤੇ ਇਹ ਮਾਰਦਾ ਸੀ ਕਲਾਈ ਤੇ ਮੈਂ ਉੱਤੋਂ ਹੀ ਉੱਤੋਂ ਮਾਰਦਾ ਸੀਗਾ। ਕਦੇ ਇਸ ਤਰ੍ਹਾਂ ਹੋਇਆ ਕਿ ਕਿਸੇ ਦਾ ਕੋਈ ਇੰਜਰੀ ਹੋ ਗਈ ਹੋਵੇ ਜਾਂ ਫ੍ਰੈਕਚਰ ਹੀ ਹੋ ਗਿਆ ਹੋਵੇ? ਅੱਗੋਂ ਹੋ ਜਾਂਦਾ ਇਸ ਤਰ੍ਹਾਂ? ਹੋਇਆ ਹੈ, ਬਟ ਇੱਕ ਵਾਰ ਹੋਇਆ, ਪਰ ਜਦ ਮੈਂ ਗੇਮ 'ਚ ਸੀਗਾ ਤਾਂ ਨਹੀਂ ਹੋਇਆ। ਮੈਂ ਹੋਇਆ ਕਿ ਅਸੀਂ ਰੈਡੀ ਫਿਲਮ ਦੀ ਸ਼ੂਟ ਕਰਦਾ ਪਿਆ ਸੀ ਸ਼੍ਰੀਲੰਕਾ ਦੇ ਅੰਦਰ ਸਲਮਾਨ ਭਾਈ ਦੇ ਨਾਲ। ਤਾਂ ਉਸ ਵੇਲੇ ਉੱਥੇ ਕਾਲ ਪਰੇਰਾ ਕਰਕੇ ਮੁੰਡਾ ਸੀਗਾ, ਮੁੰਡਾ ਕਾਫੀ ਤਗੜਾ ਸੀਗਾ, 20-22 ਇੰਚ ਦਾ ਡੋਲਾ ਹੋਣਾ ਉਹਦਾ। ਤੇ ਆਪਾਂ ਸ਼ੌਕੀਆ ਉਹਦਾ ਹੀ ਗੱਲਾਂ ਕਰਦੇ ਪਏ ਸੀ। ਤੇ ਉਹਨੇ ਮੈਨੂੰ ਕਹਿੰਦਾ ਚੱਲ ਲੈਟਸ ਡੂ ਆਰਮ ਰੈਸਲਿੰਗ। ਮੈਂ ਨੋ ਲੀਵ ਇਟ ਜਸਟ। ਉਹਨੇ ਜਬਰਨ ਲਾਇਆ ਮੇਰੇ ਨਾਲ ਪੰਜਾ। ਮੈਂ ਚੱਲ ਫੜ ਲੈ ਤੂੰ। ਉਹਨੇ ਫੜਿਆ ਤੇ ਮੈਂ ਉਹਨੂੰ ਬਸ ਐ ਫੜ ਕੇ ਐ ਹੀ ਕੀਤਾ, ਐ ਕੜਕੜ ਆਵਾਜ਼ ਆਈ, ਉਹਦਾ ਅੰਗੂਠਾ ਚਲਾ ਗਿਆ। ਅੱਛਾ, ਹਾਂ। ਤੇ ਉਹਦਾ ਮੈਸੇਜ ਅੱਜ ਵੀ ਮੇਰੇ ਕੋਲ ਪਿਆ ਹੈ। ਮੈਂ ਉਹਦਾ ਪਾਇਆ ਸੀ ਤੇ ਉਹਨੇ ਲਿਖਿਆ ਹੀ ਇਜ਼ ਅ ਮੌਨਸਟਰ, ਹੀ ਜਸਟ ਬ੍ਰੋਕ ਮਾਈ ਲੈਫਟ ਥੰਬ। ਹਾਂ। ਤੋ ਤੁਸੀਂ ਫਿਰ ਉਦੋਂ ਬਾਅਦ ਮੈਂ ਆਉਣਾ ਇਹਦੇ ਵੱਲ ਵੀ, ਬਹੁਤ ਇੰਟਰਸਟਿੰਗ ਗੱਲਾਂ ਕਰਨੀਆਂ ਤੁਹਾਡੇ ਨਾਲ। ਹਾਂਜੀ। ਇਸ ਤੋਂ ਬਾਅਦ ਫਿਰ ਬਾਲੀਵੁੱਡ ਕਿਵੇਂ ਆਏ, ਬੰਬੇ ਕਿਵੇਂ ਆ ਗਏ? ਬਾਲੀਵੁੱਡ ਭਾਜੀ ਐਸਾ ਸੀਗਾ ਕਿ ਮੈਂ ਜਿਸ ਵੇਲੇ ਇੰਡੀਆ ਰਿਪਰੈਜ਼ੈਂਟ ਕਰ ਰਿਹਾ ਸੀ, ਆਪਾਂ ਜਾਣਾ ਸੀਗਾ ਵਰਲਡ ਚੈਂਪੀਅਨਸ਼ਿਪ ਦੇ ਵਾਸਤੇ ਅਮਰੀਕਾ, ਵਰਜੀਨੀਆ ਬੀਚ। ਇਹ ਗੱਲ ਹੈਗੀ ਈਅਰ 2000 ਤੇ ਸਨ 2000 ਦੀ ਗੱਲ ਹੈ।
ਤੇ ਉਸ ਵੇਲੇ ਆਪਣਾ ਜਾਣਾ ਸੀਗਾ ਤੇ ਮੈਂ ਇੱਥੇ ਆਇਆ ਬਾਲੀਵੁੱਡ ਦੇ ਅੰਦਰ ਕਿ ਬਈ ਮੇਰੇ ਕੋਲ 3 ਲੱਖ ਦਾ ਖਰਚਾ ਸੀਗਾ ਉਸ ਵੇਲੇ ਤੇ ਮੇਰੇ ਕੋਲ ਪਿਆ ਸੀ 1,45,000 1,65,000 ਰੁਪਏ ਮੇਰੇ ਕੋਲ ਘੱਟ ਪੈ ਰਿਹਾ ਸੀਗਾ ਤੇ ਮੈਂ ਬੋਲਿਆ ਚਲੋ ਇੱਥੇ ਆਨਾ ਤੇ ਇੱਥੇ ਫਿਲਮ ਐਕਟਰਸ ਹੈਗੇ ਉਹਨਾਂ ਨੂੰ ਟਰਾਈ ਮਾਰੀਏ ਸ਼ਾਇਦ ਕੋਈ ਹੈਲਪ ਕਰ ਦੇ ਤੇ ਬਥੇਰਿਆਂ ਕੋਲ ਗਿਆ ਸੁਨੀਲ ਦੱਤ ਸਾਹਿਬ ਦੇ ਉੱਥੇ ਗਿਆ ਸੀ ਪਰ ਉਹਨਾਂ ਦਾ ਉਸ ਵੇਲੇ ਮਕਾਨ ਟੁੱਟ ਕੇ ਬਣ ਰਿਹਾ ਸੀ ਤਾਂ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਦਿਲੀਪ ਕੁਮਾਰ ਸਾਹਿਬ ਦੇ ਗਿਆ ਫਿਰੋਜ਼ ਖਾਨ ਸਾਹਿਬ ਦੇ ਗਿਆ ਫਿਰੋਜ਼ ਖਾਨ ਸਾਹਿਬ ਨੇ ਮੈਂ ਫੋਨ ਮਾਰਿਆ ਸੀ ਉਹਨਾਂ ਦੇ ਘਰ ਮੈਂ ਉੱਥੋਂ ਰੂਬੀਨਾ ਫਿਲਮ ਡਾਇਰੈਕਟਰੀ ਆਂਦੀ ਉਸ ਵੇਲੇ तो वो चो ਕੱਢ ਕੇ ਫਿਰੋਜ਼ ਖਾਨ ਸਾਹਿਬ ਨੂੰ ਉਹ ਮੇਰੇ ਫੇਵਰੇਟ ਐਕਟਰ ਵੀ ਹੈਗੇ ਆ ਉਹਨਾਂ ਦਾ ਜੋ ਸਟਾਈਲ ਹੈ ਆਈ ਐਮ ਟੋਟਲੀ ਫੈਨ ਆਫ ਹਿਸ ਸਟਾਈਲ तो ਮੈਂ ਉਹਨੂੰ ਕੁਦਰਤੀ ਫੋਨ ਮਾਰਿਆ ਕਿਸਮਤ ਸੀਗੀ ਫੋਨ ਮਾਰਿਆ ਔਰ ਉਸ ਵੇਲੇ ਉਹਨਾਂ ਦਾ ਸੈਕਟਰੀ ਸੀਗਾ ਨਹੀਂ ਤੇ ਉਹਨਾਂ ਨੇ खुद ने फोन ਚੱਕ लिया तो मैं जी फिरोज खान साहब से बात कर सकता हूँ तो कहते या होज दिस मैं भूपिंदर सिंह बोल रहा हूँ ऐसे ऐसे मैं आर्म रेसलिंग में एशिया चैंपियन हूँ और वो कहते हैं यार दिस इज एफके स्पीकिंग तो मैंने सर ऐसे ऐसे मुझे हेल्प चाहिए मेरे पास इतना पैसा पड़ा है बट इतना आई एम रनिंग शॉर्ट सो इफ यू कैन हेल्प मी आउट देन प्लीज हेल्प मी आउट तो उन्होंने दसिया मैं तो वो कहते देखो ऐसे तो मैं तुम्हारी मदद नहीं कर सकता बट हाँ आई कैन डू वन थिंग मैं आपको फिल्म में अपनी रोल देता हूँ तो आप वो रोल करो उससे जो पैसा मिलेगा वो लेके आप जो मैं सर इससे अच्छी तो कोई बात ही नहीं कि मैं अपने पैसे से जाऊंगा ठीक है सर आई एम रेडी कहता ठीक है तू कम एंड मीट मी इन द ऑफिस तो उन्होंने मिले फिर उस तो बाद मैं जब वापस इत्थे आया वो एक और सीगे साडे अक्षय भाजी अक्षय कुमार साहब मैं ਉਹਨਾਂ ਨੂੰ ਮਿਲਿਆ ਉਹਨਾਂ ਦੇ ਤਾਂ ਉਹ ਸਕਾਈ ਪੈਨ ਟਾਵਰਸ 'ਚ ਰਹਿੰਦੇ ਸੀਗੇ ਤੇ ਖਿਲਾੜੀ 420 ਦੀ ਸ਼ੂਟ ਕਰਦੇ ਪਏ ਸੀ ਨਾਗੀ ਵਿਲਾ 'ਚ ਤੇ ਮੈਂ ਉਹਨਾਂ ਨੂੰ ਉੱਥੇ ਜਾ ਕੇ ਮਿਲਿਆ ਤੇ ਉਹਨੇ ਕਿਹਾ ਤੁਸੀਂ ਨਾਗੀ ਵਿਲਾ ਆ ਜਾਓ ਮੈਂ ਤੁਹਾਡੇ ਨਾਲ ਉੱਥੇ ਗੱਲ ਕਰਦਾ ਕਿ ਹਾਲੇ ਮੈਂ ਸ਼ੂਟ ਲਈ ਲੇਟ ਹੋ ਰਿਹਾ ਮੈਂ ਠੀਕ ਹੈ ਤੇ ਮੈਂ ਫਿਰ ਨਾਗੀ ਵਿਲਾ ਪਹੁੰਚਿਆ ਕਿਸੇ ਤਰ੍ਹਾਂ ਪੁੱਛ ਪਾਛ ਕੇ ਉੱਥੇ ਅਕਸ਼ੇ ਕੁਮਾਰ ਜੀ ਮਿਲੇ ਮੈਨੂੰ ਤੇ ਮੈਂ ਉਹਨਾਂ ਨੂੰ ਆਪਣੇ ਸਰਟੀਫਿਕੇਟ ਦਿਖਾਇਆ ਜੀ ਇੱਦਾਂ ਹੈਗੇ ਮੈਡਲ ਮੈਂ ਜਿੱਤ ਕੇ ਆਇਆ ਮੈਂ ਇੱਥੇ ਬਥੇਰੇ ਬੰਦਿਆਂ ਕੋਲ ਗੇੜੇ ਮਾਰੇ ਪਰ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਬੜੀ ਮਿਹਰਬਾਨੀ ਹੋਏਗੀ ਤਾਂ ਉਹਨਾਂ ਨੇ ਦੇਖਿਆ ਸਰਟੀਫਿਕੇਟ ਵਗੈਰਾ ਕਹਿੰਦੇ ਭਾਜੀ ਤੁਸੀਂ ਸਪੋਰਟਸਮੈਨ ਹੈਗੇ ਹੋ ਮੈਂ ਤੁਹਾਡੀ ਬਿਲਕੁਲ ਮਦਦ ਮੈਂ ਬੋਲਾ ਸ਼ਾਇਦ ਨਹੀਂ ਕਰਾਂਗਾ ਕਹੇਗਾ ਤਾਂ ਉਹਨੇ ਬੋਲਿਆ ਨਹੀਂ ਮੈਂ ਤੁਹਾਡੀ ਬਿਲਕੁਲ ਮਦਦ ਕਰਾਂਗਾ ਅੱਛਾ ਤੇ ਤੁਸੀਂ ਮੈਨੂੰ 1,45,000 ਰੁਪਏ ਸ਼ੋਅ ਕਰ ਦਿਓ ਤੁਹਾਡਾ ਜਿਹੜਾ ਬਾਕੀ ਪੈਸਾ ਉਹ ਮੈਂ ਤੁਹਾਨੂੰ ਪੇ ਕਰ ਦੂੰਗਾ ਠੀਕ ਹੈ ਤੇ ਆਈ ਵਾਸ ਵੈਰੀ ਹੈਪੀ ਕਿ ਜਿਹਦਾ ਉਹਨਾਂ ਬਾਰੇ ਸੁਣਿਆ ਸੀਗਾ ਉਹ ਉਦਾਂ ਹੀ ਪਾਏ ਗਏ ਤੇ ਮੈਂ ਉਹਨਾਂ ਨੂੰ ਕਿਹਾ ਭਾਜੀ ਅਗਰ 1,45,000 ਰੁਪਏ ਮੈਂ ਲੈ ਕੇ ਇੱਥੇ ਆਵਾਂਗਾ ਪਰ ਕਿਸੇ ਨੇ ਮੇਰੇ ਤੋਂ ਖੋਲੇ ਤਾਂ ਮੈਂ ਕੀ ਕਰਾਂਗਾ ਮੇਰੇ ਤੋਂ ਉਹ ਵੀ ਚੱਲ ਜਾਣਾ ਫਿਰ ਮੈਂ ਆਈ ਵਿਲ ਬੀ ਹੈਲਪਲੈਸ ਤਾਂ ਉਹਨੇ ਕਿਹਾ ਠੀਕ ਹੈ ਤੂੰ ਇੱਕ ਕੰਮ ਕਰ ਮੈਨੂੰ ਤੇਰਾ 1,45,000 ਦਾ ਤੂੰ ਡੀਡੀ ਦਿਖਾ ਦੇ ਮੈਂ ਹਾਂ ਡੀਡੀ ਦਿਖਾ ਦੂੰਗਾ ਮੈਂ ਤੇ फिर मैं ठीक है कहते जब आ जाएंगे दिखा दें तो तेरा मैं कम करा दूंगा ठीक है भाजी हो गया फिर हो गया उन्होंने ओके कहता बट आई केम बैक ਇੱਥੇ ਆਏ ਤੇ ਇੱਥੇ ਜਿੱਦਾਂ ਹੀ ਆਇਆ ਤਾਂ ਮੈਨੂੰ ਘਰੇ ਮੈਸੇਜ ਮਿਲਿਆ ਕਿ ਬਈ ਉਹ ਵੀਜ਼ਾ ਵਾਸਤੇ ਅਪਲਾਈ ਕਰਨਾ ਹੈਗਾ ਮੈਂ ਚਲੋ ਉਹਨਾਂ ਪੈਸਾ ਤੇ ਹੈਗਾ ਹੁਣ ਅਪਲਾਈ ਤੇ ਕਰੀਏ ਵੀਜ਼ਾ ਮਿਲ ਜਾਏਗਾ ਤਾਂ ਦੇਖਦੇ ਹਾਂ ਕੀ ਹੈ ਤੇ ਕੀ ਨਹੀਂ ਬਟ ਅਨਫੋਰਚੂਨੇਟਲੀ ਉਸ ਵੇਲੇ ਨਾਰਥ ਦੇ ਜਿੰਨੇ ਵੀ ਪਲੇਅਰ ਸੀਗੇ ਉਹਨਾਂ ਨੂੰ ਅਮਰੀਕਨ ਐਮਬੈਸੀ ਨੇ ਵੀਜ਼ਾ ਨਹੀਂ ਦਿੱਤਾ ਅੱਛਾ ਕਿਉਂਕਿ ਅੱਧੇ ਤੋਂ ਜ਼ਿਆਦਾ ਪਲੇਅਰ ਜਿਹੜੇ ਸੀਗੇ ਉਹ ਪੰਜਾਬ ਦੇ ਸੀਗੇ ਤੇ ਉਹ ਉਹਨਾਂ ਨੂੰ ਐ ਸੀਗਾ ਡਾਊਟ ਕਿ ਉੱਥੇ ਜਾ ਕੇ ਉਹ ਅੰਡਰਗਰਾਉਂਡ ਹੋ ਜਾਣਗੇ ਅੱਛਾ ਆਮ ਆਲਸੋ ਪੰਜਾਬੀ ਤੁਹਾਨੂੰ ਵੀਜ਼ਾ ਨਹੀਂ ਮਿਲਿਆ ਸਾਨੂੰ ਕਿਸੇ ਨੂੰ ਵੀਜ਼ਾ ਨਹੀਂ ਮਿਲਿਆ ਹੁਣ ਬਾਅਦ ਚ ਸਾਨੂੰ ਇਹ ਕਾਰਨ ਪਤਾ ਲੱਗਿਆ ਕਿ ਸਾਡਾ ਜਿਹੜਾ ਇੰਡੀਅਨ ਆਰਮ ਰੈਸਲਿੰਗ ਫੈਡਰੇਸ਼ਨ ਦਾ ਜਨਰਲ ਸੈਕਟਰੀ ਸੀਗਾ ਉਹਨੂੰ ਪੁੱਛਿਆ ਗਿਆ ਸੀ ਵੀ ਡੂ ਯੂ ਟੇਕ ਸ਼ੋਰਟੀ ਦੈਟ ਦੇ ਵਿਲ ਕਮ ਬੈਕ ਉਹ ਸਿੱਧਾ ਬੈਕ ਆਊਟ ਕਰ ਗਿਆ ਕਹਿੰਦੇ ਨਹੀਂ ਜੀ ਆਈ ਵੋਂਟ ਟੇਕ ਐਨੀ ਵਨਸ ਸਿਕਿਉਰਿਟੀ ਦੈਟ ਦੇ ਵਿਲ ਕਮ ਬੈਕ অর ਨਾਟ ਫਿਰ ਇੱਥੇ ਉਸ ਤੋਂ ਬਾਅਦ ਵਾਪਸ ਆ ਗਏ ਬੰਬੇ ਨਹੀਂ ਉਹ ਉਸ ਵੇਲੇ ਜਦ ਉੱਥੇ ਉਹ ਹੋ ਗਿਆ ਤੇ ਇਸ ਕਰਕੇ ਕਾਫੀ ਕੰਟਰੀਜ਼ ਨੂੰ ਉੱਥੇ ਵੀਜ਼ਾ ਨਹੀਂ ਮਿਲਿਆ ਮਤਲਬ ਵੀਜ਼ਾ ਹੀ ਨਹੀਂ ਮਿਲਿਆ ਤੇ ਜਦ 50-100 ਪਲੇਅਰ ਚ ਵਰਲਡ ਆਰਮ ਰੈਸਲਿੰਗ ਦੀ ਚੈਂਪੀਅਨਸ਼ਿਪ ਨਹੀਂ ਹੋ ਸਕਦੀ ਤੇ ਉਹ ਚੈਂਪੀਅਨਸ਼ਿਪ ਨੂੰ ਉੱਥੋਂ ਟ੍ਰਾਂਸਫਰ ਕਰਕੇ ਪੋਲੈਂਡ ਵਿੱਚ ਕੀਤਾ ਗਿਆ ਉਹ ਪੋਲੈਂਡ ਦੇ ਅੰਦਰ ਸਾਡਾ ਆਪਾਂ ਵੀਜ਼ਾ ਵਾਸਤੇ ਅਪਲਾਈ ਕਰਤਾ ਉੱਥੇ ਵੀ ਹੋ ਗਿਆ ਕਿ ਸਿਵਲ ਵਾਰ ਉਸ ਟਾਈਮ 'ਚ ਇਨ ਦ ਈਅਰ 2000 ਸਿਵਲ ਵਾਰ ਛਿੜ ਗਈ ਸੀ ਤੇ ਉੱਥੋਂ ਵੀ ਉਹ ਪੋਸਟਪੋਨ ਕਰਕੇ ਫਿਰ ਫਿਨਲੈਂਡ 'ਚ ਹੋਈ ਤੇ ਵੀ ਵੈਂਟ ਟੂ ਫਿਨਲੈਂਡ ਉਹ ਦੇਰ ਫॉर दैट आई वाज हैविंग सफिशिएंट फंड्स तो ਉੱਥੇ ਕੋਈ ਪ੍ਰੋਬਲਮ ਨਹੀਂ ਹੋਈ
ਤੇ ਵਾਪਸ ਮੈਂ ਜਦ ਆਇਆ ਵਾਂ ਇੱਥੇ ਵਰਲਡ ਚੈਂਪੀਅਨਸ਼ਿਪ ਖੇਡ ਕੇ, ਤੇ ਮੈਨੂੰ ਚੇਤਾ ਸੀਗਾ ਕਿ ਮੈਂ ਅਕਸ਼ੇ ਭਾਜੀ ਨਾਲ ਗੱਲ ਕੀਤੀ ਹੈ, ਕੋਈ ਹੋਰ ਵੀ ਹੋ ਸਕਦਾ ਲੋੜਵੰਦ ਜਿਹੜਾ ਮੇਰੇ ਵਰਗਾ ਹੋਵੇ ਤੇ ਉਹਨਾਂ ਕੋਲ ਜਾਵੇ, ਤਾਂ ਉਹਨਾਂ ਨੂੰ ਇਹ ਨਾ ਲੱਗੇ ਕਿ ਹੀ ਇਜ਼ ਅ ਫੇਕ ਗਾਇ ਜਿਵੇਂ ਮੈਂ ਆਇਆ। ਤਾਂ ਮੈਂ ਆਪਣੇ ਸਾਰੇ ਡਾਕੂਮੈਂਟਸ ਤਿਆਰ ਕੀਤੇ, ਆਪਣੇ ਜੋ ਪਾਸਪੋਰਟ ਦੀ ਜੋ ਵੀ ਐਪਲੀਕੇਸ਼ਨ ਰਿਸੀਵਡ ਦੀ ਉਹ ਕਾਪੀ ਲਾਈਆਂ, ਤੇ ਮੈਂ ਅਕਸ਼ੇ ਭਾਜੀ ਦੇ ਘਰ ਬਕਾਇਦਾ ਮੈਂ ਪਾ ਕੇ ਆਇਆ। ਉਹਨਾਂ ਨੇ ਦੇਖਿਆ, ਉਹਨਾਂ ਕੋਲ ਪਹੁੰਚੀ ਨਹੀਂ ਪਹੁੰਚੀ ਆਈ ਡੋਂਟ ਨੋ, ਬਟ ਯੈਸ। ਮਿਲੇ ਉਸ ਤੋਂ ਬਾਅਦ ਕਦੇ? ਭਾਜੀ ਮਿਲਿਆ ਤਾਂ ਬਹੁਤ ਵਾਰ ਆ, ਔਰ ਉਹ ਐਕਚੁਅਲੀ ਉਹਨਾਂ ਨੂੰ ਜਾਂ ਤੇ ਧਿਆਨ ਨਹੀਂ ਹੈ ਜਾਂ ਹੀ ਇਜ਼ ਨਾਟ ਇੰਟਰਸਟਿਡ ਇਨ ਲਿਸਨਿੰਗ ਆਲ ਦੈਟ। ਕਿਹਦੇ ਨਾਲ ਤੁਸੀਂ ਹੁਣ ਤੱਕ ਕੰਮ ਕਰ ਲਿਆ ਭਾਜੀ? ਭਾਜੀ ਸਭ ਤੋਂ ਪਹਿਲੇ ਜਿਹੜਾ ਮੈਂ ਕੰਮ ਕੀਤਾ ਸਾਡੇ ਹਰਮਨ ਪਿਆਰੇ ਸਨੀ ਭਾਜੀ ਨਾਲ ਕੀਤਾ ਸੀਗਾ, ਸਨੀ ਦਿਓਲ ਸਾਹਿਬ। ਪੰਜਾ ਲਾਇਆ ਉਹਨਾਂ ਨਾਲ ਕਦੇ? ਨਹੀਂ ਪੰਜਾ ਨਹੀਂ ਲਾਇਆ ਮੈਂ, ਪਰ ਯੈਸ ਵਿੰਦੂ ਭਾਜੀ ਨਾਲ ਪੰਜਾ ਲੜਾਇਆ ਸੀ ਮੈਂ। ਅੱਛਾ। ਉਹ ਮੈਂ ਲੜਾਉਣਾ ਨਹੀਂ ਸੀਗਾ, ਆਪਾਂ ਗਰਭ ਫਿਲਮ ਦੀ ਸ਼ੂਟ ਕਰਦੇ ਪਏ ਸੀਗੇ। ਹਾਂ। ਤੇ ਉੱਥੇ ਪੁਨੀਤ ਭਾਜੀ ਹੈਗੇ, ਤੇ ਪੁਨੀਤ ਭਾਜੀ ਨੇ ਪੁਨੀਤ ਸਰ ਜੀ, ਹਾਂ, ਤੇ ਉਹਨਾਂ ਨੇ ਮੈਨੂੰ ਸਲਮਾਨ ਭਾਈ ਨਾਲ ਇੰਟਰੋਡਿਊਸ ਕਰਵਾਇਆ ਕਿ Salman sir, he is Bhuppi. He is world 9th rank in arm wrestling. He is Asia gold medalist. ਪਹਿਲੀ ਵਾਰ ਸਲਮਾਨ ਖਾਨ ਨੂੰ ਮਿਲੇ ਗਰਭ ਦੇ ਸੈੱਟ ਤੇ? ਗਰਭ ਦੇ ਸੈੱਟ ਤੇ ਮਿਲਿਆ। ਤੇ ਮਤਲਬ ਸ਼ੂਟ ਤੇ ਮੇਰੀ ਪਹਿਲੀ ਜਿਹੜੀ ਮੈਂ ਮੂਵੀ ਕੀਤੀ ਆ, ਇਟ ਵਾਸ ਜਾਨਸ਼ੀਨ ਵਿਦ ਫਿਰੋਜ਼ ਖਾਨ ਸਾਹਿਬ। ਐਜ਼ ਹੀ ਆਈ ਟੋਲਡ ਯੂ ਕਿ ਉਹਨਾਂ ਨੇ ਮੈਨੂੰ ਉੱਥੇ ਵਾਅਦਾ ਕੀਤਾ ਸੀਗਾ, ਤੇ ਉਸ ਲਈ ਉਹਨਾਂ ਨੂੰ ਮੈਨੂੰ ਉਹ ਬ੍ਰੇਕ ਦਿੱਤਾ ਸੀਗਾ। ਤੇ ਮਾਈ ਫਰਸਟ ਮੂਵੀ ਵਾਸ ਜਾਨਸ਼ੀਨ, which I shooted in Bangkok with Fardeen Khan, Feroz Khan Sahab and Selena Jetli. Second movie I did was Kaise Kahun Ki Pyar Hai with Sunny Deol sir. Acha. In that I was a Pakistani wrestler who challenges sab nu challenge karda hai ki hai koi Michael Lal jo Jahangir Khan se takkar le sake, dekh raha hu koi sab ke sab namard hain साले चूड़ियां पहन लो हाथों में। I was just मतलब प्रोवोकिंग पीपल की भी कोई तो आवे। मैं लगता है हिंदुस्तान की माओ ने मर्दों को जन्म देना बंद कर दिए। देन सन्नी भाजी एंट्रेंस, ਉਹਦਾ ਤੁਹਾਨੂੰ ਪਤਾ ਹੀ ਹੈ, ਇੱਕ ਕੋ ਸੰਚ ਸਭ ਨੂੰ ਢੇਰ ਕਰ ਦੇਣਾ। ਉਹ ਪਹਿਲੇ ਤੇ ਮੈਂ ਉਹਨੂੰ ਖੜ ਕੇ ਕੁੱਟਿਆ, ਮਤਲਬ 2-4 ਕੋ ਸਨ ਮਾਰੇ ਮੈਂ। ਬਾਅਦ ਚ ਜਦ ਉਹਨਾਂ ਨੇ ਉਹ ਬੋਡੀ ਗਰਮ ਹੋਈ ਤਾਂ ਉਹਨੇ ਇੱਕ ਕੋ ਸਨ ਮਾਰੇ, ਚੱਕ ਕੇ ਸੁੱਟਿਆ, ਚੱਲ ਵੀ ਹੋ ਗਿਆ, ਪਸਰ ਗਿਆ। ਤੇ ਉਹ ਸੀਗਾ, ਤੇ ਉਹ ਮੇਰੀ ਫਸਟ ਮੂਵੀ ਸੀ ਸਨੀ ਭਾਜੀ ਨਾਲ। ਪਹਿਲੀ ਵਾਰ ਤੇ ਮੈਂ ਉਹਨੂੰ ਤਾਂ ਮਿਲਿਆ ਸੀ ਜਦ ਇਹਨੂੰ ਬੈਸਟ ਐਕਟਰ ਅਵਾਰਡ ਮਿਲਿਆ ਸੀਗਾ ਗਦਰ ਦੇ ਵਾਸਤੇ, ਸਟਾਰ ਸਕਰੀਨ ਅਵਾਰਡਸ ਤੇ। ਤੇ ਮੈਂ ਸਪੈਸ਼ਲੀ, ਮੈਨੂੰ ਪਤਾ ਤੇ ਨਹੀਂ ਸੀ ਕਿ ਹੁਣ ਕੀ ਹੈ, ਕਿ ਨਵੇਂ ਆਏ ਸੀਗੇ, ਤੇ ਉਹਨੇ ਸੰਨੀ ਸੁਪਰ ਸਾਊਂਡ ਤੋਂ ਮੈਨੂੰ ਇੰਨਾ ਪਤਾ ਸੀ ਸੰਨੀ ਭਾਜੀ ਦੀ ਗੱਡੀ ਗਈ ਅੰਦਰ ਤਾਂ ਆਉਣਗੇ, ਤੇ ਮੈਂ ਉੱਥੇ ਬੁੱਕੇ ਲੈ ਕੇ ਖਲੋਤਾ ਸੀਗਾ। ਜਿੱਦਾਂ ਹੀ ਆਇਆ ਮੈਂ, ਭਾਜੀ ਸਤਿ ਸ੍ਰੀ ਅਕਾਲ, ਮੈਂ ਬਹੁਤ ਵਧਾਈਆਂ ਤੁਹਾਨੂੰ, ਬੈਸਟ ਐਕਟਰ ਅਵਾਰਡ ਮਿਲਿਆ। ਉਹ ਕਹਿੰਦੇ ਥੈਂਕ ਯੂ। ਮੈਂ ਭਾਜੀ ਤੁਹਾਡੇ ਨਾਲ ਵੀ ਫਿਲਮ ਕਰਦਾ ਪਿਆ ਮੈਂ। ਕਹਿੰਦੇ ਕਿਹੜੀ ਫਿਲਮ ਕਰਦਾ ਪਿਆ? ਮੈਂ ਭਾਜੀ ਇਹ ਤਾਂ ਪਤਾ ਨਹੀਂ, ਉਹ ਸਾਬੂਦੀਨ ਹੈਗਾ ਕੋਈ ਫਾਈਟ ਮਾਸਟਰ, ਉਹ ਹੈਗਾ ਤੁਹਾਡੀ ਫਾਈਟ ਕਰ। ਇਹੋ ਜਿਹੇ ਨਾਮ ਦੇ ਫਾਈਟ ਮਾਸਟਰ ਨਾਲ ਤਾਂ ਮੈਂ ਕੋਈ ਫਿਲਮ ਨਹੀਂ ਕਰਦਾ ਪਿਆ। ਮੈਂ ਪਤਾ ਨਹੀਂ ਭਾਜੀ, ਫਿਰ ਹੋ ਸਕਦਾ ਮੈਨੂੰ ਫਿਰ ਬਾਅਦ 'ਚ ਪਤਾ ਲੱਗਿਆ ਕਿ ਹੀ ਵਾਜ਼ ਨਾਟ ਅ ਫਾਈਟ ਮਾਸਟਰ, ਹੀ ਵਾਜ਼ ਅ ਫਾਈਟਰ। ਫਾਈਟ ਮਾਸਟਰ ਟੀਨੋ ਵਰਮਾ ਸਾਹਿਬ ਸੀਗੇ ਉਸ ਫਿਲਮ ਦੇ। ਤੇ ਫਿਰ ਉਹਨਾਂ ਤੋਂ ਫਸਟ ਮੁਲਾਕਾਤ ਤੇ ਉੱਥੇ ਹੀ, ਦੂਜੀ ਮੁਲਾਕਾਤ ਉੱਥੇ ਹੋਈ ਮੇਰੇ ਨਾਲ ਜਦ ਸ਼ੂਟ ਕਰਨਾ ਸੀਗਾ। ਫਿਰ ਤੁਸੀਂ ਦੱਸ ਰਹੇ ਸੀ ਕਿ ਪੁਨੀਤ ਈਸਰ ਸਾਹਿਬ ਨੇ ਸਲਮਾਨ ਖਾਨ ਨਾਲ ਮਿਲਾਇਆ? ਬਿਲਕੁਲ, ਪੁਨੀਤ ਜੀ ਨਾਲ ਉਸ ਵੇਲੇ ਉਹਨਾਂ ਨੇ ਮੈਨੂੰ ਮਿਲਵਾਇਆ ਤੇ ਆਪਣਾ ਬਤਾਇਆ ਉਹਨਾਂ ਨੂੰ ਕਿ ਸਲਮਾਨ ਸਰ, ਹੀ ਇਜ਼ ਭੂਪੀ, ਹੀ ਇਜ਼ ਏਸ਼ੀਆ ਗੋਲਡ ਮੈਡਲਿਸਟ ਇਨ ਆਰਮ ਰੈਸਲਿੰਗ ਔਰ ਆਪਣਾ वर्ल्ड 9 रैंक हैगा। तो उन्होंने सलमान भाई ने अच्छा पंजा तो यार अरबू लड़ाता है, अरबू को बोला, अरबू से लड़वाते हैं इसका पंजा। अच्छा, यानी अरबाज खान। अच्छा, तो ही कॉल्ड अरबू, अरबू अरबू इधर इधर तेरा पंजा लड़वाना, जल्दी आ, हराना है इसको। तो ही कॉल्ड मी। अब जिदा ही आया तो मैं हाथ मिला, हेलो भाई। जिदा हाथ मिलाया तो कहता इससे पंजा लड़ाने, कहता इससे नहीं जीत पाऊंगा। अच्छा, जिदा ही हाथ पड़े। हाँ, वो तो बाद वो हो गया, अरे यार लड़वाते, अरे बिंदु को बोलो, बिंदु से लड़वाते इसका पंजा। और बिंदु पाजी नोज मी, वो पहले तो जानते सीगे, मैं उन्होंने भी मिलने आया सीगा, ते वो आगे उन्हें कहा बिंदु इससे पंजा लड़ा यार। ਉਹ ਹੁਣ ਮੈਨੂੰ ਦੇਖਣ, ਮੈਂ ਉਹਨੂੰ ਦੇਖਾਂ, ਮੈਂ ਕਰੀਏ ਕੀ? ਮੈਂ ਕਿਹਾ ਭਾਜੀ ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ, ਮੈਂ ਐਂ ਖੜ ਕੇ ਰੁਕ ਜਾਵਾਂਗਾ, ਗਿਰਾਵਾਂਗਾ ਨਹੀਂ। ਕਹਿੰਦੇ ਹਾਂ ਠੀਕ ਹੈ।
ਤੇ ਉਹ ਪੰਜਾਂ ਦਾ ਜਾਨ ਤੇ ਹੋਣਾ ਇਹ ਜੀ ਬਹੁਤ ਅੱਛੀ ਹੈਗੀ, ਅੱਛਾ। ਬਹੁਤ ਤਗੜੇ ਹੈਗੇ ਉਸ ਵੇਲੇ ਤੇ ਤਗੜੇ ਹੀ ਸੀਗੇ ਬਹੁਤ। ਤੇ ਹੁਣ ਮੈਂ ਫੜ ਕੇ ਬਹਿ ਗਿਆ ਤੇ ਹੁਣ ਉਹ ਲਾਏ ਜਾਣ ਤੇ ਉਹ ਖੜੇ ਦੇਖ ਰਹੇ ਸਲਮਾਨ ਖਾਨ ਸਲਮਾਨ ਭਾਈ ਪਹਿਲੇ ਉੱਥੇ ਬੈਠੇ ਸੀਗੇ ਜਦ ਲਾਇਆ ਤੇ ਉਹ ਮੈਂ ਕਿਹਾ, ਭਾਜੀ ਮੈਂ ਰੋਕਾਂਗਾ ਤੁਸੀਂ ਕਰੋ ਜੋ ਕਰਨਾ, ਮੈਂ ਨਹੀਂ ਗਿਰਾਂਗਾ ਤੁਹਾਡਾ ਪੰਜਾ। ਤੇ ਉਹ ਸਲਮਾਨ ਭਾਈ ਨੇ ਦੂਰ ਤੋਂ ਦੇਖਿਆ ਕੁਝ ਗੱਲਬਾਤ ਹੋ ਰਹੀ है, ਉੱਥੇ ਆ ਕੇ ਮੈਨੂੰ बस क्या भूपी इतना ही एशिया चैंपियन था, गिरा नहीं पा रहा बिंदु को, कहाँ से एशिया चैंपियन बना? मैं सॉरी भाजी, ताड़ मैं मारा। तो ਹੁਣ ਮੈਂ ਕੀ ਕਰਾਂ, ਬੀਇੰਗ ਅ ਸਪੋਰਟਸਮੈਨ ਆਈ ਕਾਂਟ ਡੂ ਦੈਟ। ਮਤਲਬ ਮੈਨੂੰ ਇਹ ਕਿ ਮੈਂ ਹਾਰ ਜਾਵਾਂ ਉਹ ਮੈਨੂੰ ਗਵਾਰਾ ਨਹੀਂ ਸੀ ਉਸ ਵੇਲੇ, ਨਹੀਂ ਤੇ ਮੇਰੇ ਉਸ ਦੇ ਉੱਤੇ ਗੱਲ ਉੱਤੇ ਆ ਜਾਂਦੀ ਮੈਡਲ ਉੱਤੇ ਕਿ ਏਸ਼ੀਆ ਚੈਂਪੀਅਨ ਕਿ ਫਿਰ ਕੋਈ ਕਿੱਥੇ ਐਵੇਂ ਹੀ ਬਣਿਆ ਹੋਣਾ ਕੁਝ। ਇਹ ਵੀ ਚਰਚਾ ਹੈ ਬਾਲੀਵੁੱਡ ਦੇ ਐਕਟਰਾਂ 'ਚ ਵੀ ਭੂਪੀ ਬੁਲਟ ਨੂੰ ਐ ਚੱਕ ਕੇ ਪਾਸੇ ਰੱਖ ਦਿੰਦੇ ਆ। ਬੁਲਟ ਤੇ ਨਹੀਂ ਭਾਜੀ, ਹਾਂ ਕੁਝ ਬਾਈਕਾਂ ਚੱਕ ਕੇ ਰੱਖੀਆਂ ਨੇ। ਮੈਂ ਉਸ ਵੇਲੇ ਤੇ ਫਿਲਮ ਇੰਡਸਟਰੀ 'ਚ ਨਹੀਂ ਸੀਗਾ, ਮੈਂ ਦਲੇਰ ਭਾਜੀ ਦੇ ਨਾਲ ਸੀਗਾ ਤੇ ਉਸ ਵੇਲੇ ਦਲੇਰ ਭਾਜੀ ਦੀ ਮੈਂ ਘਰ ਦੀ ਪਰਸਨਲ ਤੇ ਆਫਿਸ ਦੀ ਸਿਕਿਉਰਿਟੀ ਸਾਂਭਦਾ ਸੀਗਾ। ਤੇ ਅੱਛਾ, ਉਹ ਵੀ ਟਾਈਮ ਰਿਹਾ ਇੱਕ ਜੀ। ਮੈਂ ਐਕਚੁਅਲੀ ਪਹਿਲੇ ਸੀਗਾ ਕਿ ਮੈਂ ਆਰਮ ਫੋਰਸਿਸ ਵਿੱਚ ਜਾਣਾ ਸੀਗਾ ਤੇ ਮੈਂ ਉਹਦੇ ਵਾਸਤੇ ਅਪਲਾਈ ਕੀਤਾ ਸੀ ਆਫਟਰ ਆਈ ਕਲੀਅਰਡ। ਉਸ ਤੋਂ ਬਾਅਦ ਮੈਂ ਜਦ ਅਪਲਾਈ ਕੀਤਾ ਤੇ ਉੱਥੇ ਮੈਨੂੰ ਫਿਜ਼ੀਕਲ ਦੇ ਅੰਦਰ ਹੀ ਆਊਟ ਕਰਤਾ ਉਹਨਾਂ ਨੇ, ਬਿਕੋਜ਼ ਮੇਰੀ ਨੀਜ਼ ਆਪਸ ਨੌਕਿੰਗ ਨੀ ਸੀਗੇ, ਨੌਕ ਕਰਦੀਆਂ ਸੀਗੀਆਂ। ਉਹਨਾਂ ਦੇ ਸਾਹਮਣੇ ਲਿਆ ਕਿ ਉਹ ਬੰਦਾ ਨੱਠ ਨਹੀਂ ਪਾਉਂਦਾ, ਜਦ ਕਿ ਮੈਂ 100 ਮੀਟਰ ਦਾ ਸਪ੍ਰਿੰਟਰ ਰਿਹਾ ਤੇ 11.8 ਸੈਕਿੰਡਸ ਮੇਰੀ ਟਾਈਮਿੰਗ ਸੀਗੀ। ਹਾਲਾਂਕਿ 골ਡ ਮੈਡਲਿਸਟ 11.02 ਸੈਕਿੰਡਸ ਦਾ ਸੀਗਾ, ਬਟ ਮੈਨੂੰ ਇਹ ਨਾ ਪਤਾ ਕਿ ਮੈਂ ਰਨਿੰਗ ਵਨਿੰਗ ਅੱਛੀ ਕਰਦਾ ਸੀਗਾ। ਬਟ ਉਹਨਾਂ ਦੇ ਆਪਣੇ ਮਾਪਦੰਡ ਹੈਗੇ ਤੇ ਉਹਨਾਂ ਨੇ ਜਿਸ ਹਿਸਾਬ ਨਾਲ ਦੇਖਿਆ ਤੇ ਉਹਨਾਂ ਨੇ ਮਨਾ ਕਰਤਾ ਮੈਨੂੰ, ਤੇ ਮੇਰਾ ਦਿਲ ਜਿਹਾ ਟੁੱਟ ਗਿਆ। ਮੈਂ ਯਾਰ ਜਦ CISF 'ਚ ਮਨਾ ਕਰਤਾ ਤੇ ਸਾਰੀ ਫੋਰਸਾਂ 'ਚ ਹੀ ਮਨਾ ਕਰ ਦੇਣਗੇ, ਰੂਲ ਤੇ ਸਭ ਦੇ ਸੇਮ ਹੀ ਨੇ। ਤਾਂ ਮੈਂ ਆਈ ਵੈਂਟ ਇਨਟੂ ਸਿਕਿਉਰਿਟੀ ਲਾਈਨ। I started a job as a bouncer, then I did as a security officer, then security manager, assistant security manager, ਤੇ ਲਾਸਟ ਜਦ ਛੱਡਿਆ ਤੇ ਚੀਫ ਸਿਕਿਉਰਿਟੀ ਮੈਨੇਜਰ ਸੀਗਾ। ਤੇ ਉਹ ਤੋਂ ਬਾਅਦ ਜਦ ਉੱਥੋਂ ਛੱਡਿਆ ਤੇ ਮੈਂ ਦਲੇਰ ਭਾਜੀ ਨੂੰ ਫੜ ਲਿਆ ਸੀਗਾ, ਉਹਨਾਂ ਨਾਲ ਲੜ ਫੜ ਲਿਆ। ਦਲੇਰ ਭਾਜੀ ਇਜ਼ ਅ ਵੈਰੀ ਨਾਈਸ ਜੈਂਟਲਮੈਨ। ਔਰ ਮੈਂ ਵਰਲਡ ਚੈਂਪੀਅਨਸ਼ਿਪ ਦੀ ਟ੍ਰੇਨਿੰਗ ਵਾਸਤੇ ਰਸ਼ੀਆ ਜਾਣਾ ਸੀਗਾ। ਮੈਨੂੰ ਪਤਾ ਕਿ ਮੈਂ ਪਹਿਲੀ ਮੁਲਾਕਾਤ ਸੀ, ਫਸਟ ਟਾਈਮ ਉਹਨਾਂ ਨੂੰ ਮਿਲਿਆ ਤੇ ਮੈਂ ਉਹਨੂੰ ਦੱਸਿਆ ਭਾਜੀ ਇੱਦਾਂ ਦਾ ਹੈਗਾ ਤੇ ਮੈਂ ਇੱਥੇ ਵਰਲਡ ਚੈਂਪੀਅਨਸ਼ਿਪ ਦੀ ਟ੍ਰੇਨਿੰਗ ਵਾਸਤੇ ਜਾਣਾ ਹੈ, ਮੈਂ ਪਿੱਛੇ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਇਆ ਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ। ਤੇ ਮੈਨੂੰ ਅੱਜ ਵੀ ਯਾਦ ਹੈ, ਉਹਨਾਂ ਨੇ ਮੈਨੂੰ ਇਮੀਡੀਏਟਲੀ 10,000 ਰੁਪਏ ਦਾ ਚੈੱਕ ਕੱਟ ਕੇ ਦਿੱਤਾ ਸੀ। ਅੱਜ ਤੋਂ ਕੋਈ 22 ਸਾਲ ਹੋ ਗਏ। ਉਸ ਵੇਲੇ ਕੱਟ ਕੇ ਦਿੱਤਾ ਸੀ ਜਦ ਕਿ ਮੈਨੂੰ ਫਸਟ ਟਾਈਮ ਮਿਲੇ ਸੀਗੇ। ਤੇ ਇਜ਼ ਸੱਚ ਅ ਨਾਈਸ ਜੈਂਟਲਮੈਨ। ਮੀਕਾ ਭਾਜੀ ਵੀ ਬਹੁਤ ਵਧੀਆ ਬੰਦੇ ਨੇ। ਮੋਟਰਸਾਈਕਲ ਚੱਕਿਆ ਤੁਸੀਂ? ਹਾਂ, ਫਿਰ ਉਹਨਾਂ ਨੇ ਜਦ ਮੈਂ ਉਹਨੇ ਜੁਆਇਨ ਕਰ ਲਿਆ ਤੇ ਆਪਣਾ ਇੱਕ ਵਾਰ ਆਈ ਭਾਜੀ ਦੀ ਗੱਡੀ ਆਈ ਤੋ ਗੱਡੀ ਖੜੀ, ਮੈਂ ਗੱਡੀ ਉੱਥੇ ਕਿਉਂ ਖੜੀ ਹੈ? ਮੈਂ ਦੇਖਿਆ ਉਹ ਮੋਟਰਸਾਈਕਲ ਖੜੀ ਹੈ ਤਾਂ ਕਰਕੇ ਉਹ ਅੱਗੇ ਕਰ ਨਹੀਂ ਪਾ ਰਹੇ। ਤੇ ਮੈਂ ਫਟਾਫਟ ਗਿਆ, ਭਾਜੀ 1 ਮਿੰਟ ਰੁਕੋ, ਫਟਾਫਟ ਚੁੱਕੀ ਮੈਂ ਸਾਈਡ ਕਰ ਦਿੱਤੀ, ਆਓ ਭਾਜੀ ਲਾਓ। ਉਹ ਦੇਖ ਕੇ ਅੰਦਰ ਹੱਸਦੇ ਪਏ ਸੀਗੇ। ਤੇ ਇੱਕ ਵਾਰ ਉੱਥੇ ਹੋਇਆ ਸੀ, ਇੱਕ ਵਾਰ ਮਿੱਕਾ ਭਾਜੀ ਦੇ ਨਾਲ ਹੋਇਆ ਤਾਂ ਵੀ ਇਹੀ ਸੇਮ ਕੰਮ ਕੀਤਾ। ਤੇ ਬਾਕੀ ਫਿਰ ਮੈਂ ਜ਼ਿਆਦਾ ਕਰਦਾ ਨਹੀਂ, ਗੱਡੀਆਂ ਚੱਕਣ ਦਾ ਸ਼ੌਂਕ ਤਾਂ ਪਹਿਲਾਂ ਉਦੋਂ ਸੀਗਾ। ਮਰੂਤੀ ਚੱਕ ਦਿੰਦੇ ਸੀ ਅੱਗੋਂ ਦੀ, ਤੋ ਆਦਤ ਸੀ ਨਾ ਪੰਜਾਬੀਆਂ, ਤੁਹਾਨੂੰ ਪਤਾ ਆਪਣੀ ਜਾਨ ਦਿਖਾਉਣ ਦੀ। ਤੇ ਗੱਡੀ ਅੱਗੋਂ ਚੱਕ ਦੇਣੀ, ਪਿੱਛੋਂ ਦੀ ਚੱਕ ਦੇਣੀ ਗੱਡੀ। ਕਈ ਵਾਰ ਬੰਦੇ ਪਾਰਕ ਗਲਤ ਕਰ ਜਾਂਦੇ ਨੇ ਤੇ ਫਿਰ ਦੂਜੀ ਗੱਡੀਆਂ ਨੂੰ ਪ੍ਰੋਬਲਮ ਹੁੰਦੀ ਤੇ ਆਪਾਂ ਕੀ ਕਰਦੇ, ਚੱਕ ਕੇ ਸਾਈਡ ਕਰਦੇ ਹਾਂ ਤੇ ਦੂਜੀ ਗੱਡੀ ਕਢਾ ਦਿੰਦੇ ਸੀਗੇ। ਉਹ ਸਾਡੀ ਆਪਣੀ ਪਾਵਰ ਟੈਸਟਿੰਗ ਵੀ ਹੋ ਜਾਂਦੀ ਸੀਗੀ। ਔਰ ਇੱਥੇ ਉਹਦੀ ਹੁਣ ਕਦੇ ਚਰਚਾ ਹੁੰਦੀ ਫਿਲਮ ਦੇ ਸੈੱਟ ਤੇ, ਜਾਂ ਕਦੇ ਇਹ ਮਾਹੌਲ ਚੱਲਦਾ ਰਹਿੰਦਾ ਵੀ ਆਓ ਹੁਣ ਭੂਪੀ ਨਾਲ ਕਰੀਏ? ਜਿਹੜੀ ਹੈ ਮੈਂ ਫਿਲਮ ਕਰਦਾ ਪਿਆ ਸੀ ਰੈਡੀ, ਉਹ ਤੋਂ ਪਹਿਲੇ ਅਨੀਸ ਬਜ਼ਮੀ ਸਾਹਿਬ ਨਾਲ ਮੈਂ ਉਹ ਫਿਲਮ ਕਰਦਾ ਪਿਆ ਸੀਗਾ ਨੋ ਪ੍ਰੋਬਲਮ। ਉਹ 'ਚ ਸਰਦਾਰ ਦਾ ਰੋਲ ਸੀਗਾ ਆਪਣਾ, ਮਤਲਬ ਵਧੀਆ ਰੋਲ ਸੀਗਾ। ਤੇ ਉਸ ਵੇਲੇ ਉੱਥੇ ਨੀਗਰੋਜ਼ ਵਗੈਰਾ ਸੀ, ਬਲੈਕਸ। ਤੇ ਇੱਕ ਮੇਰਾ ਦੋਸਤ ਸੀਗਾ, ਉਹਨੇ ਤੌਫੀਕ, ਉਹਨੇ ਨਾ ਜਾਣ ਮੁੱਝ ਕੇ ਮੇਰਾ ਪੰਜਾ ਨਾ ਮੁੰਡੇ ਨਾਲ ਲਵਾਤਾ, ਅਰੇ ਇਸਕਾ ਗਿਰਾ ਦੇ, ਇਹ है वो है। तो देनो हिंदी, तो इसको तो मैं ऐसे गिर दूंगा। वो मतलब वो अरे इसको तुम ऐसे गिर देगा, वो ऐसे बोला। कहता हाँ लगा देखते हैं चल। हाँ, तो मैं आई जस्ट होल्डेड हिम। ਉਹਨੇ ਏੜੀ ਚੋਟੀ ਦਾ ਜੋੜ ਲਾ ਲਿਆ, ਉਹ नहीं हिला पाया। वो दूजा नहीं करो देख रही, कहता क्या तू इसका नहीं, वो अपनी भाषा में कहते ओके यूत्रा है। वो आ गया
ਹੁਣ ਆ ਗਿਆ ਤੇ ਉਹਨੂੰ ਵੀ ਫਿਰ ਉਹ ਜਿੰਨੇ ਸੀਗੇ ਉਹ ਸਾਰੇ ਮੈਂ ਉੱਥੇ ਖੜਕਾਤੇ। ਤੇ ਉਹ ਹੁੰਦਾ ਕਦੀ ਕਦਾਰ, ਮਤਲਬ ਆਪਾਂ ਸੈੱਟ ਤੇ ਗੁੱਸਾ ਵੀ ਆ ਜਾਂਦਾ ਬੰਦੇ ਨੂੰ ਵੀ ਐ ਚੈਲੰਜ ਹੋ ਗਏ। ਭਾਈ ਉਹ ਚੈਲੰਜ ਹੋ ਗਿਆ। ਮੈਂ ਦੁਬਈ 'ਚ ਸ਼ੂਟ ਕਰਦਾ ਪਿਆ ਸੀਗਾ, ਉਹ ਉੱਥੇ ਬੰਦਾ ਸੀਗਾ ਮੁੰਡਾ ਨੀਗਰੋ ਦਾ, 20 ਇੰਚ ਦਾ ਡੋਲਾ ਸੀਗਾ, ਤੇ ਉਹਨੇ ਪੰਜਾ ਲੜਾਇਆ। ਉਹਨੇ ਸੋਚਿਆ ਇਦੋਂ ਤਾਂ ਮੈਂ ਐਂ ਦੇਖ ਦੂੰ, ਕਿ ਉਸ ਵੇਲੇ ਮੈਂ ਆਈ ਵਾਜ਼ ਨਾਟ ਫਿਟ। ਉਸ ਵੇਲੇ ਡੋਲਾ ਡਾਲਾ ਆਪਣਾ ਥੋੜਾ ਢਿੱਲਾ ਪਿਆ ਹੋਇਆ ਸੀਗਾ, ਵਰਕਆਊਟ ਥੋੜਾ ਘੱਟ ਮਾਰਦੇ ਪਏ ਸੀ। ਤੇ ਉਹਨੇ ਚੈਲੰਜ ਕੱਢਤਾ, ਮੈਂ ਉਹਨੂੰ ਫੜ ਕੇ ਲਾਤਾ। ਮੈਂ ਫੜ ਲਾ, ਉਹ ਵੀਡੀਓ ਸ਼ਾਇਦ ਅੱਜ ਵੀ ਮੇਰੇ ਕੋਲ ਪਿਆ ਹੋਏਗਾ। ਉਹਨੂੰ ਮੈਂ ਫੜ ਕੇ ਬੈਠਾ, ਲਗਾ ਜੋਰ ਲਾ ਜੋਰ, ਉਹ ਪੂਰਾ ਏੜੀ ਚੋਟੀ ਦਾ ਜੋਰ ਲਾ ਲਿਆ, ਉਹ ਹਿਲਾ ਨਹੀਂ ਪਾਇਆ। ਕਈ ਵਾਰ ਹੋ ਜਾਂਦਾ ਕਿ ਬੰਦੇ ਉਹ ਆਪਣੀ ਈਗੋ ਤੇ ਲੈ ਲੈਂਦੇ ਨੇ, ਤੇ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਛੱਡ ਯਾਰ, ਰਹਿਣ ਦੇ ਹੁਣ। ਤੇ ਬਾਕੀ ਤੇ ਆਪਣੀ ਕਹਿੰਦੇ ਨੇ ਪੰਜਾਬੀਅਤ ਤੇ ਬਚਾ ਕੇ ਰੱਖਣੀ ਹੈ, ਐ ਸਿਰ ਤਾਂ ਨਹੀਂ ਚੁੱਕਣ ਦਾਂਗੇ ਇੰਨੀ ਛੇਤੀ। ਬਿਲਕੁਲ। ਆਖਰ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਇਹ ਦੁਆ ਕਰ ਰਹੇ ਆ ਕਿ ਕਿਸਾਨ ਜਿਹੜੇ ਉੱਥੇ ਬੈਠੇ ਨੇ ਜਲਦ ਮਸਲਾ ਹੱਲ ਹੋਵੇ ਤੇ ਆਪਣੇ ਘਰਾਂ ਨੂੰ ਜਾਣ। ਤੁਸੀਂ ਵੀ ਇਹੀ ਦੁਆ ਕਰਦੇ ਹੋ? ਭਾਜੀ ਮੇਰੀ ਤਰਫੋਂ ਦੁਆ ਹੈ ਤੇ ਸੱਚੇ ਪਾਤਸ਼ਾਹ ਨੂੰ ਅਰਦਾਸ ਹੈਗਾ ਕਿ ਸੱਚੇ ਪਾਤਸ਼ਾਹ ਪਲੀਜ਼ ਜਿਹੜੇ ਕਿਸਾਨਾਂ ਦੀ ਜਿਹੜੀ ਸਹੀ ਮੰਗ ਹੈਗੀ ਉਹਨਾਂ ਨੂੰ ਸਰਕਾਰ ਛੇਤੀ ਤੋਂ ਛੇਤੀ ਪੂਰਾ ਕਰੇ, ਕਿਉਂਕਿ ਉਹ ਵੀ ਸਾਡੇ ਭਰਾ ਹੈਗੇ। ਉਹ ਆਪਣਾ ਘਰ-ਬਾਰ ਛੱਡ ਕੇ ਉੱਥੇ ਬੈਠੇ ਹੋਏ ਨੇ, ਤੇ ਮੈਂ ਉਹਨਾਂ ਦੇ ਦੁੱਖ ਨੂੰ, ਦਰਦ ਨੂੰ ਮਹਿਸੂਸ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਸਿਸਟਮ ਜਾਂ ਕੱਢਣ ਕੁਝ ਰਸਤਾ ਜਿਸ ਤੋਂ ਵਿਚਕਾਰ ਦੀ ਰਾਹ ਨਿਕਲੇ, ਤੇ ਉਹ ਵੀ ਖੁਸ਼ ਰਹਿਣ ਤੇ ਸਰਕਾਰ ਵੀ ਓਕੇ ਰਹੇ। ਕਿਉਂਕਿ ਸਰਕਾਰ ਵੀ ਹੈ, ਉਹਨੂੰ ਵੀ ਬਥੇਰੀ ਚੀਜ਼ਾਂ ਦਾ ਪ੍ਰੈਸ਼ਰ ਹੈਗਾ, ਉਹਨਾਂ ਨੂੰ ਬਥੇਰੀ ਚੀਜ਼ਾਂ ਸਾਹਮਣੇ ਆਉਂਦੇ। ਸਾਡੇ ਕਿਸਾਨ ਜਿਹੜੇ ਨੇ ਉਹ ਤੇ ਸਾਡੇ ਅੰਨ ਦੇਵਤਾ ਹੈਗੇ ਨੇ, ਉਹਨਾਂ ਨੂੰ ਇੰਨੀ ਕਸ਼ਟ ਝੇਲਣੇ ਪੈ ਰਹੇ। ਤੇ ਮੈਨੂੰ ਵਾਕਈ 'ਚ ਹੁੰਦਾ ਹੈ ਕਿ ਯਾਰ ਕੁਛ ਤੇ ਰਾਹ ਨਿਕਲੇ ਜਿਸ ਨਾਲ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਵੀ ਸੁਖੀ ਵਸਣ, ਆਪਣੇ ਘਰ ਵਾਪਸ ਜਾਉਣ, ਤੇ ਸਾਡੀ ਸਰਕਾਰ ਵੀ ਖੁਸ਼ ਰਵੇ। ਕੁਛ ਨਾ ਕੁਛ ਤੇ ਇਹੋ ਜਿਹਾ ਹੋਣਾ ਚਾਹੀਦਾ ਹੈ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ, ਬਹੁਤ ਸ਼ੁਕਰੀਆ, ਚੰਗਾ ਲੱਗਿਆ, ਔਰ ਪਰਮਾਤਮਾ ਤੁਹਾਡੇ ਕਰੀਅਰ ਨੂੰ ਅੱਗੇ ਹੋਰ ਵਧਾਵੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ। ਸੋ ਪੰਜਾਬੀਆਂ ਨੇ, ਜਿਵੇਂ ਮੈਂ ਦੱਸਿਆ ਸੀਗਾ, ਕਿ ਹਰ ਥਾਂ ਜਾ ਕੇ ਆਪਦਾ ਨਾਮ ਬਣਾਇਆ। ਭੁਪਿੰਦਰ ਸਿੰਘ ਹੋਣਾ ਨੇ ਬਹੁਤ ਇੰਟਰਸਟਿੰਗ ਕਿੱਸੇ, ਅੱਜ ਬਹੁਤ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਊਗਾ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ।